ਆਪਣੀ ਸਾਂਝ ਪੈ ਚੁੱਕੀ ਹੈ ਜੀ ਦਵਿੰਦਰ ਸੋਮਲ ਜੀ ਹੋਰਾਂ ਨਾਲ। ਸਵਾਗਤ ਹੈ ਜੀ, ਆਇਆਂ ਨੂੰ ਜੀ ਦਵਿੰਦਰ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਸਾਡੇ ਵੱਲੋਂ ਅਕਾਲ ਪੁਰਖ ਸਾਰਿਆਂ ਦੇ ਲਈ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਲਾ ਨਵਾਂ ਸਾਲ ਲਿਆਵੇ। ਸੋ ਜੀ ਆਪਾਂ ਕਰਦੇ ਹਾਂ ਸ਼ੁਰੂਆਤ। ਅਕਸਰ ਆਪਾਂ ਤੁਸੀਂ ਕਾਫੀ ਦੇਰ ਤੋਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹੋ। ਜੇ ਆਪਾਂ ਜ਼ਿਕਰ ਕਰੀਏ UK ਦਾ, ਇੰਗਲੈਂਡ ਦਾ, ਕਿ ਪਿਛਲਾ ਵਰ੍ਹਾ 2022 ਕਿਹੋ ਜਿਹਾ ਰਿਹਾ ਤੁਹਾਡੀ ਨਜ਼ਰ ਦੇ ਵਿੱਚ? UK ਦੇ ਵਿੱਚ ਬਿਲਕੁਲ ਬਹੁਤ ਕੁਝ ਖੈਰ 2022 ਨੂੰ ਜਿਵੇਂ ਆਪਾਂ ਕਹਿ ਲਈਏ ਕਿ ਕਾਫੀ ਜ਼ਿਆਦਾ ਇੰਟਰਸਟਿੰਗ ਡਿਵੈਲਪਮੈਂਟਸ ਦਾ ਸਾਲ ਰਿਹਾ। ਨਾ ਕਿ ਵੈਸੇ ਤਾਂ ਪਿਛਲੇ ਕੁਝ 2-3 ਸਾਲ ਏਦਾਂ ਦੇ ਨੇ, ਆਪਾਂ ਕਹਿ ਲਓ ਕਿ 2020 ਤੋਂ ਐਸੇ ਸਮੇਂ ਦੀ ਸ਼ੁਰੂਆਤ ਹੋਈ ਆ ਜਿਹਨੂੰ ਕਿ ਇਤਿਹਾਸ ਦੇ ਵਿੱਚ ਇੱਕ ਕਾਫੀ ਵੱਡਾ ਇਹਦੇ ਲਈ ਇੱਕ ਚੈਪਟਰ ਬਣੇਗਾ ਜਦੋਂ ਕਿਤੇ ਜਾ ਕੇ ਕਈ ਵਰ੍ਹਿਆਂ ਦਾ ਇਤਿਹਾਸ ਲਿਖਿਆ ਗਿਆ ਨਾ। ਜਿੱਦਾਂ ਆਪਾਂ ਅਕਸਰ ਹੀ ਕਈ ਵਾਰ ਆਪਾਂ ਰੇਡੀਓ ਤੇ ਗੱਲਬਾਤ ਕਰਦੇ ਹਾਂ, ਮੈਂ ਇਹ ਗੱਲ ਸਾਂਝੀ ਕਰਦਾ ਸੀ ਕਿ ਬਹੁਤ ਵਾਰ ਜਦੋਂ, ਕਿਉਂਕਿ ਆਪਾਂ ਅਕਸਰ ਜਦੋਂ ਲੰਬਾ ਟਾਈਮ ਹੋ ਜਾਂਦਾ ਕਿਸੇ ਸਮੇਂ ਨੂੰ ਬੀਤੇ ਨੂੰ, ਆਪਾਂ ਜਦੋਂ ਉਹਦੇ ਬਾਬਤ ਗੱਲ ਕਰੀਦੀ ਆ ਤਾਂ ਜਿੱਦਾਂ ਹੁਣ ਆਪਾਂ ਗੱਲ ਕਰਨੀ ਹੋਵੇ, ਜੇ ਜ਼ਿਆਦਾ ਪਹਿਲੇ ਸਮੇਂ ਦੀ ਕਰਨੀ ਹੋਵੇ ਤਾਂ ਜਦੋਂ ਆਪਾਂ ਇੰਡੀਆ ਦੇ ਲਈ ਕਰੀਦੀ ਤਾਂ ਆਪਾਂ ਅਕਸਰ ਕਰੀਦੀ ਕਿ 1857 ਦੀ ਲੜਾਈ ਤੋਂ ਪਹਿਲਾਂ ਜਾਂ ਮੁਗਲ ਕਾਲ ਤੋਂ ਬਾਅਦ ਵਿੱਚ ਜਾਂ 1947 ਤੋਂ ਬਾਅਦ ਵਿੱਚ। ਤੇ ਇਸੇ ਤਰੀਕੇ ਨਾਲ ਜੇ ਦੁਨੀਆ ਦੀ ਗੱਲ ਕਰੀਏ ਤਾਂ ਪਹਿਲੀ ਵਰਲਡ ਵਾਰ ਤੋਂ ਬਾਅਦ ਜਾਂ ਦੂਸਰੀ ਵਰਲਡ ਵਾਰ ਤੋਂ ਬਾਅਦ। ਤੇ ਉਸ ਤੋਂ ਬਾਅਦ ਵਿਸ਼ਵ ਯੁੱਧਾਂ ਤੋਂ ਬਾਅਦ ਜਿਹੜਾ ਇੱਕ ਨਾਮ ਜਿਹੜਾ ਆਇਆ ਸੀ ਉਹ ਆਇਆ ਸੀਗਾ 9/11 ਦਾ, ਜ਼ਿਆਦਾਤਰ ਕਿ ਆਫਟਰ 9/11 ਕੀ ਕੁਝ ਹੋਇਆ, ਕਿਉਂਕਿ ਦੁਨੀਆ ਕਾਫੀ ਚੇਂਜ ਕੀਤੀ ਉਸਨੇ, ਬਿਲਕੁਲ ਜੀ, ਉਸ ਘਟਨਾ ਨੇ। ਖਾਸ ਕਰਕੇ ਜਿਹੜੇ ਲੋਕ ਏਅਰਪੋਰਟਸ ਦੇ ਜ਼ਰੀਏ ਪਹਿਲਾਂ ਤੋਂ ਜ਼ਿਆਦਾ ਸਫ਼ਰ ਕਰਦੇ, ਉਹਨਾਂ ਨੇ ਮੇਰਾ ਖਿਆਲ ਬਹੁਤ ਜ਼ਿਆਦਾ ਤਬਦੀਲੀਆਂ ਦੇਖੀਆਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਆ ਹਵਾਈ ਯਾਤਰਾ ਦੇ ਵਿੱਚ। ਇਸੇ ਹੀ ਤਰੀਕੇ ਨਾਲ ਜਿਹੜਾ 2020 ਦੇ ਵਿੱਚ ਇਹ ਜਿਹੜੀ ਸ਼ੁਰੂਆਤ ਹੋਈ ਆ, ਹਾਲਾਂਕਿ ਆਪਾਂ ਇਹਨੂੰ COVID-19 ਕਹਿੰਦੇ ਆ, ਸੋ ਕੋਵਿਡ ਦੇ ਨਾਲ ਵੀ ਬਹੁਤ ਦੁਨੀਆ ਐਕਚੁਅਲੀ ਚੇਂਜ ਹੋਈ ਆ। ਬਹੁਤ ਸਾਰੀਆਂ ਚੀਜ਼ਾਂ ਦਾ ਤਾਂ ਸਾਨੂੰ ਪਤਾ ਲੱਗ ਚੁੱਕਾ ਆਲਰੇਡੀ, ਅਸੀਂ ਦੇਖ ਰਹੇ ਹਾਂ। ਬਹੁਤ ਸਾਰੀਆਂ ਇਹਦੇ ਵਿੱਚ ਚੀਜ਼ਾਂ ਏਦਾਂ ਦੀਆਂ ਵੀ ਹੋਈਆਂ ਜਿਨ੍ਹਾਂ ਦਾ ਹੌਲੀ ਹੌਲੀ ਪ੍ਰਭਾਵ ਪੈਂਦਾ ਜਾ ਰਿਹਾ। ਉਹਦੇ ਵਿੱਚ ਖਾਸ ਕਰਕੇ ਜਿੱਦਾਂ ਜਿਹੜਾ ਤੁਸੀਂ ਡਿਜੀਟਲ ਵਾਲੇ ਪਾਸੇ ਨੂੰ, ਆਪਾਂ ਬਹੁਤ ਸਾਰੇ ਲੋਕ ਹੋ ਗਏ ਘਰੋਂ ਕੰਮ ਕਰਨ ਦਾ ਜਿਹੜਾ ਇੱਕ ਨਵਾਂ ਕਲਚਰ ਸ਼ੁਰੂ ਹੋਇਆ, ਤੇ ਉਹ ਜਿਹੜਾ ਕੋਵਿਡ ਦੇ ਨਾਲ ਇਹਦੀ ਇਸ ਚੀਜ਼ ਦੀ ਜਿਹੜੀ ਸ਼ੁਰੂਆਤ ਹੋਈ ਆ, ਇਹ ਇੱਕ ਹੁਣ ਇਵੇਂ ਦਾ ਪੀਰੀਅਡ ਹੋ ਗਿਆ ਕਿ ਜਦੋਂ ਕਿਤੇ ਲੰਬੇ ਸਮੇਂ ਬਾਅਦ ਜਾ ਕੇ 21ਵੀਂ ਸਦੀ ਦਾ ਜ਼ਿਕਰ ਹੋਵੇਗਾ ਤਾਂ ਇਹਦੇ ਵਿੱਚ ਜ਼ਰੂਰ ਗੱਲ ਆਵੇਗੀ ਕਿ ਇੱਕ ਕੋਵਿਡ ਤੋਂ ਪਹਿਲਾਂ ਜਿਹੜਾ ਸਮਾਂ ਸੀ ਉਹ ਇਸ ਤਰੀਕੇ ਦਾ ਹੁੰਦਾ ਸੀ, ਕੋਵਿਡ ਤੋਂ ਬਾਅਦ ਜਿਹੜਾ ਉਹਦੇ ਵਿੱਚ ਆਹ ਤਬਦੀਲੀਆਂ ਆ ਗਈਆਂ। ਸੋ UK ਦੀ ਜਦੋਂ ਆਪਾਂ ਗੱਲ ਕਰਦੇ ਹਾਂ 2022 ਦੇ ਵਿੱਚ, ਹਾਲਾਂਕਿ ਪਹਿਲਾਂ ਕਿਸੇ ਨੇ ਨਹੀਂ ਸੀ ਸੋਚਿਆ ਕਿ UK ਦੇ ਵਿੱਚ ਅਸੀਂ 2022 ਦੇ ਵਰ੍ਹੇ ਦੌਰਾਨ ਅਸੀਂ 3 ਪ੍ਰਧਾਨ ਮੰਤਰੀ ਦੇਖਾਂਗੇ। UK ਦੀ ਪੋਲੀਟਿਕਸ ਇੰਨੀ ਜ਼ਿਆਦਾ ਉਤਾਰ ਚੜਾਅ ਵਾਲੀ ਇਹਨਾਂ ਬੀਤੇ ਸਮਿਆਂ ਦੇ ਦੌਰਾਨ ਨਹੀਂ ਸੀ ਰਹੀ, ਪਰ ਉਹ ਆਪਾਂ ਟਾਈਮ ਦੇਖਿਆ ਕਿ ਇੱਕ ਸਮੇਂ ਬੋਰਿਸ ਜੌਨਸਨ ਸਾਹਿਬ ਸਾਡੇ ਪ੍ਰਧਾਨ ਮੰਤਰੀ ਸੀ, ਤੇ ਉਸ ਤੋਂ ਬਾਅਦ ਕੁਝ ਸਮੇਂ ਲਈ ਲਿਜ਼ ਟਰੱਸ ਪ੍ਰਧਾਨ ਮੰਤਰੀ ਬਣਦੇ ਨੇ, ਤੇ ਕੁਝ ਸਮੇਂ ਬਾਅਦ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣਦੇ ਨੇ, ਜੋ ਕਿ ਹਜੇ ਤੱਕ ਆਪਣੇ ਨੰਬਰ 10 ਦੇ ਵਿੱਚ ਮੌਜੂਦ ਨੇ। ਸੋ ਜਦੋਂ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ ਤਾਂ ਸ਼ੁਰੂਆਤ ਤਾਂ ਹੋਈ ਸੀ, ਹਜੇ ਵੀ ਖੈਰ ਉਹ ਕੋਵਿਡ ਦੇ ਹੁਣ ਦੁਬਾਰਾ ਉਹਦੀ ਗੂੰਜ ਸਾਨੂੰ ਚਾਈਨਾ ਤੋਂ ਸੁਣ ਰਹੀ ਆ, ਪਰ ਉਹਨਾਂ ਦਿਨਾਂ ਦੇ ਵਿੱਚ ਓਮਿਕਰੋਨ ਜਿਹੜਾ ਕਰੋਨਾ ਵਾਇਰਸ ਦੀ ਵੇਵ ਸੀਗੀ, ਉਹ ਜਨਵਰੀ ਦੀ ਜਦੋਂ ਸ਼ੁਰੂਆਤ ਹੋਈ ਆ ਸਾਲ ਪਹਿਲਾਂ, ਇਹਨਾਂ ਦਿਨਾਂ ਦੇ ਵਿੱਚ ਉਹ ਕਾਫੀ ਜ਼ਿਆਦਾ ਸੀਗੀ। ਤੇ ਪਰ ਫਿਰ ਵੀ ਡਿਸਪਾਈਟ ਇਹਦੇ ਚੱਲਦੇ ਜਿਹੜੇ ਆਪਣੇ ਇਨਫੈਕਸ਼ਨ ਸਟਿਲ ਜਿਹੜੇ ਆ ਬੀਇੰਗ ਹਾਈ, ਜਿਹੜੇ ਸਾਡੇ ਮੰਤਰੀ ਸਾਹਿਬਾਨ ਸੀ ਉਸ ਸਮੇਂ ਜਾਂ ਕਹਿ ਲਓ ਕਿ ਗਵਰਨਮੈਂਟ ਵੱਲੋਂ ਜਿਹੜਾ ਲੀਗਲ ਆਈਸੋਲੇਸ਼ਨ ਪੀਰੀਅਡ ਸੀਗਾ ਉਹਨੂੰ 7 ਦਿਨਾਂ ਤੋਂ ਘਟਾ ਕੇ 5 ਦਿਨਾਂ ਲਈ ਕਰਤਾ ਗਿਆ ਸੀਗਾ 17 ਜਨਵਰੀ ਨੂੰ। ਤੇ ਜਿਹੜਾ 3 ਦਿਨ ਜਿਹੜਾ ਲੀਗਲ ਰਿਕੁਆਇਰਮੈਂਟ ਟੂ ਬੇਅਰ ਫੇਸ ਮਾਸਕ ਜਿਹੜਾ ਸੀਗਾ ਉਹਨੂੰ ਵੀ ਹਟਾ ਦਿੱਤਾ ਗਿਆ ਸੀਗਾ ਉਸ ਤੋਂ 17 ਜਨਵਰੀ ਤੋਂ 3 ਦਿਨ ਬਾਅਦ। ਸੋ ਇੱਕ ਕਾਫੀ ਵੱਡਾ ਜਿਹੜਾ ਇਹਨੂੰ ਬਦਲਾਅ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਰੋਨਾ ਵਾਇਰਸ ਦੇ ਲਈ ਉਹਨਾਂ ਦਿਨਾਂ ਦੇ ਵਿੱਚ। ਤੇ ਉਸ ਤੋਂ ਬਾਅਦ ਜਿੱਥੇ ਇਹ ਇਸ ਤਰੀਕੇ ਦੀਆਂ ਛੋਟੀਆਂ ਮੋਟੀਆਂ ਚਲੋ ਹੋਰ ਕਾਫੀ ਘਟਨਾਵਾਂ ਹੁੰਦੀਆਂ ਰਹੀਆਂ, ਪਰ ਉਸ ਤੋਂ ਬਾਅਦ ਜੇਕਰ ਆਪਾਂ ਫੈਬਰਵਰੀ ਤੇ ਆਈਏ ਤੇ ਫੈਬਰਵਰੀ ਇੱਕ ਤਾਂ 24 ਫੈਬਰਵਰੀ ਨੂੰ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ ਸਾਹਿਬ, ਉਹਨਾਂ ਵੱਲੋਂ ਜਿਹੜੀਆਂ ਕਰੋਨਾ ਵਾਇਰਸ ਦੀਆਂ ਰਿਮੇਨਿੰਗ ਰਿਸਟ੍ਰਿਕਸ਼ਨਸ ਰਹਿ ਗਈਆਂ ਸੀਗੀਆਂ ਇੰਗਲੈਂਡ ਦੇ ਅੰਦਰ, ਉਹਨਾਂ ਨੇ ਡਿਕਲੇਅਰ ਕੀਤਾ ਕਿ ਉਹਨਾਂ ਨੂੰ ਹਟਾਉਣ ਦਾ। ਤੇ ਉਹਦੇ ਵਿੱਚ 24 ਫੈਬਰਵਰੀ ਨੂੰ ਉਹਨਾਂ ਨੇ ਜਿਹੜੀਆਂ ਸਾਰੀਆਂ ਰਿਸਟ੍ਰਿਕਸ਼ਨਸ ਕਰੋਨਾ ਵਾਇਰਸ ਦੀਆਂ ਇੰਗਲੈਂਡ ਦੇ ਅੰਦਰ ਹਟਾਉਣ ਦਾ ਐਲਾਨ ਕੀਤਾ। ਤੇ ਨਾਲ ਹੀ ਜਿਹੜਾ ਕਹਿ ਲਓ ਕਿ ਇਹ ਗੱਲ ਸਾਹਮਣੇ ਆਈ ਕਿ ਹੁਣ ਅਸੀਂ ਕੋਵਿਡ ਦੇ ਨਾਲ ਕਿਵੇਂ ਜਿਉਂਦੇ ਰਹਿਣਾ, ਇਹ
ਹੁਣ ਇੱਕ ਵਾਰ ਫਿਰ ਕਹਿ ਲਓ ਕਿ ਚਾਈਨਾ ਦੇ ਵਿੱਚ ਵੀ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਕਿ ਉੱਥੇ ਉਹਨਾਂ ਨੇ ਬੜਾ ਟਫ ਜਿਹੜੇ ਆ ਕਦਮ ਚੁੱਕੇ ਆ। ਇਹ 2-3 ਸਾਲ ਬੜਾ ਬਿਲਕੁਲ ਉਹਨਾਂ ਨੇ ਆਪਣਾ ਮੁਲਕ ਬੰਦ ਕਰਕੇ ਰੱਖਿਆ ਕਿ ਅਸੀਂ ਜ਼ੀਰੋ ਕੋਵਿਡ ਪਾਲਿਸੀ ਜਿਹੜੀ ਐਲਾਨੀ ਹੈ। ਉਸ ਤੋਂ ਬਾਅਦ ਐਂਡ ਆਫ ਦਾ ਡੇ ਤੁਸੀਂ ਕਿਤੇ ਨਾ ਕਿਤੇ ਤਾਂ ਉਹਨੂੰ ਆਪਣੇ ਮੁਲਕ ਨੂੰ ਖੋਲ੍ਹਣਾ ਹੀ ਸੀ ਨਾ, ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨਿਊਜ਼ ਦੇ ਵਿੱਚ ਇਸ ਤਰੀਕੇ ਦੀਆਂ ਵੀ ਰਿਪੋਰਟਾਂ ਸੀਗੀਆਂ ਕਿ ਕਿਤੇ ਨਾ ਕਿਤੇ ਜਦੋਂ ਇੱਕ ਤਾਂ ਆਪਾਂ ਇਹ ਖਬਰ ਸਾਂਝੀ ਵੀ ਕੀਤੀ ਸੀ ਕਿ ਚਾਈਨਾ ਦੇ ਵਿੱਚ ਜਦੋਂ ਇੱਕ ਫਲੈਟ ਦੇ ਵਿੱਚ ਅੱਗ ਲੱਗਦੀ ਆ ਉਹਦੇ ਨਾਲ ਲੋਕਾਂ ਦਾ ਰੋਹ ਭੜਕਿਆ, ਤਾਂ ਕਿਤੇ ਨਾ ਕਿਤੇ ਲੋਕਾਂ ਦਾ ਮੰਨਣਾ ਸੀ ਕਿ ਜਿਵੇਂ ਫੁੱਟਬਾਲ ਦੇ ਮੈਚਸ ਵਰਲਡ ਕੱਪ ਲੋਕਾਂ ਨੇ ਦੇਖਿਆ ਵੀ ਯਾਰ ਕਿੱਦਾਂ ਸਾਰੀ ਦੁਨੀਆ ਕੋਵਿਡ ਦਾ ਟਾਈਮ ਪਿੱਛੇ ਕੱਢ ਕੇ ਹੁਣ ਦੁਬਾਰਾ ਇਕੱਠੀ ਹੋਣ ਲੱਗ ਪਈ ਆ, ਦੁਬਾਰਾ ਪਾਰਟੀਜ਼ ਹੋਣ ਲੱਗ ਪਈਆਂ, ਦੁਬਾਰਾ ਮੈਚ ਹੋਣ ਲੱਗ ਪਿਆ, ਤੇ ਅਸੀਂ ਬੜੇ ਇਕੱਠੇ ਜਿਹੇ ਬੈਠੇ ਆ, ਵੱਜ ਕੇ ਬੈਠੇ ਆ। ਤੇ ਉਸ ਤੋਂ ਬਾਅਦ ਖੈਰ ਚਾਈਨਾ ਦੇ ਵੱਲੋਂ ਜਿਹੜੀਆਂ ਬੰਦਿਸ਼ਾਂ ਤਾਂ ਹਟਾਈਆਂ ਗਈਆਂ, ਪਰ ਉਹ ਹੁਣ ਆਪਾਂ ਆਮ ਹੀ ਤੁਸੀਂ ਸਾਰੇ ਮੀਡੀਆ ਦੇ ਵਿੱਚ ਸੁਣ ਰਹੇ ਆ ਕਿ ਉੱਥੇ ਬਹੁਤ ਜ਼ਿਆਦਾ ਕੇਸਾਂ ਦੇ ਅੰਦਰ ਵਾਧਾ ਹੋਇਆ। ਇਹਦਾ ਇੱਕ ਕਾਰਨ ਕੁਝ ਲੋਕਾਂ ਵੱਲੋਂ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜਾ ਤੁਸੀਂ ਬਿਲਕੁਲ ਹੀ ਲੋਕਾਂ ਨੂੰ ਬੰਦ ਕਰਕੇ ਰੱਖਿਆ, ਕਿਉਂਕਿ ਕਿਤੇ ਨਾ ਕਿਤੇ ਜਦੋਂ ਆਪਾਂ ਜਿਵੇਂ ਫਲੂ ਦਾ ਵੀ ਹੁਣ ਇੱਥੇ ਯੂਕੇ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਇੱਕਦਮ ਜ਼ਿਆਦਾ ਫਲੂ ਇੰਨਾ ਜ਼ਿਆਦਾ ਹੋਣ ਦੀ ਵਜ੍ਹਾ ਇਹ ਆ ਕਿ ਤੁਸੀਂ ਕੋਵਿਡ ਦੇ ਦਿਨਾਂ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਇੱਕ ਦੂਸਰੇ ਨਾਲ ਇੰਟਰੈਕਸ਼ਨ ਨਹੀਂ ਕੀਤਾ, ਤੇ ਲੋਕਾਂ ਦੇ ਵਿੱਚ ਜਿਹੜਾ ਤੁਹਾਨੂੰ ਜ਼ੁਕਾਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਠੀਕ ਹੁੰਦੇ, ਜਿਹੜੀ ਤੁਹਾਡੀ ਕਮਿਊਨਿਟੀ ਬਿਲਡ ਹੁੰਦੀ ਉਹ ਲੋਕਾਂ ਦੇ ਵਿੱਚ ਬਣੀ ਨਹੀਂ। ਤੇ ਇਸੇ ਤਰੀਕੇ ਨਾਲ ਕਿਤੇ ਨਾ ਕਿਤੇ ਚਾਈਨਾ ਦੇ ਲਈ ਵੀ ਇਹ ਮੰਨਿਆ ਜਾ ਰਿਹਾ ਕਿ ਤੁਸੀਂ ਉੱਥੇ ਇੰਨਾ ਚਿਰ ਲੋਕੀ ਜਿਹੜਾ ਆਪਣੇ ਘਰਾਂ 'ਚ ਬੰਦ ਰਹੇ ਆ, ਬਹੁਤ ਸਾਰੇ ਲੋਕਾਂ ਨੂੰ, ਨਹੀਂ ਤਾਂ ਜੇਕਰ ਆਮ ਜਿੱਦਾਂ ਬਾਕੀ ਦੁਨੀਆ ਨੇ ਕੀਤਾ, ਜੇ ਉੱਥੇ ਵੀ ਏਦਾਂ ਹੀ ਕੀਤਾ ਜਾਂਦਾ ਤਾਂ ਹੋ ਸਕਦਾ ਸੀ ਕਿ ਲੋਕਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਇੱਕ ਆਟੋਮੈਟਿਕ ਇਮਿਊਨਿਟੀ ਬਿਲਡ ਹੁੰਦੀ। ਹਾਲਾਂਕਿ ਉੱਥੇ ਦੀ ਜਿਹੜੀ ਕੋਵਿਡ ਵੈਕਸੀਨ ਆ ਉਹਦੇ ਤੇ ਵੀ ਕਾਫੀ ਸਾਰੇ ਸਵਾਲ ਖੜੇ ਹੁੰਦੇ ਨੇ, ਪਰ 24 ਫਰਵਰੀ ਨੂੰ ਜਦੋਂ ਬੋਰਿਸ ਜੌਨਸਨ ਸਾਹਿਬ ਨੇ ਕਿਹਾ ਕਿ ਵੀ ਹੁਣ ਕੋਵਿਡ ਦੇ ਨਾਲ ਅਸੀਂ ਵੀ ਵਿਲ ਲਿਵ ਵਿਦ ਕੋਵਿਡ, ਕੇ ਆਪਣੀ ਜ਼ਿੰਦਗੀ ਦੇ ਕੰਮ ਵੀ ਕਰਾਂਗੇ, ਸੋ ਇਸ ਬਿਮਾਰੀ ਇਹ ਜਿਹੜੀ ਨਾਲ ਆ ਉਹਦਾ ਮੇਨ ਤਾਂ ਖੈਰ ਯੂਕੇ ਦੇ ਵਿੱਚ ਜਾਂ ਕਹਿ ਲਓ ਕਿ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਇੱਥੇ ਨੱਥ ਪਾਈ ਗਈ ਆ, ਉਹਦਾ ਮੇਨ ਤਾਂ ਕਾਰਨ ਜਿਹੜੀ ਸਾਡੇ ਵਿਗਿਆਨੀਆਂ ਵੱਲੋਂ ਚੰਗੀ ਇੱਕ ਬੜੇ ਸਹੀ ਟਾਈਮ ਦੇ ਵਿੱਚ ਖੋਜ ਕਰਕੇ ਜਿਹੜੀ ਕਰੋਨਾ ਵੈਕਸੀਨ ਕੱਢੀ ਗਈ ਸੀ, ਕੋਵਿਡ ਵੈਕਸੀਨ ਜਿਹੜੀ ਉਹਨੂੰ ਹੀ ਮੰਨਿਆ ਜਾ ਰਿਹਾ। ਸੋ ਖੈਰ ਇਹਦੇ 24 ਫਰਵਰੀ ਤੋਂ ਬਾਅਦ ਮੇਰਾ ਖਿਆਲ ਆਪਾਂ ਸਾਰਿਆਂ ਨੇ ਮਹਿਸੂਸ ਵੀ ਕੀਤਾ ਕਿ ਉਹਨਾਂ ਕੁ ਦਿਨਾਂ ਤੋਂ ਬਾਅਦ ਅਸੀਂ ਉਸ ਤਰੀਕੇ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਸਾਨੂੰ ਕੋਵਿਡ ਦੇ ਕਰਕੇ ਨਹੀਂ ਦੇਖਣੀਆਂ ਪਈਆਂ। 24 ਫਰਵਰੀ ਇੱਕ ਹੋਰ ਬਹੁਤ ਵੱਡਾ ਦਿਨ ਸੀਗਾ, ਹਾਲਾਂਕਿ ਇੱਕ ਦੁਨੀਆ ਦੀ ਇਹਨੂੰ ਆਪਾਂ ਖਬਰ ਕਹਿ ਸਕਦੇ ਹਾਂ, ਪਰ ਇਹਦੇ ਵਿੱਚ ਮੇਨ ਇਹ ਗੱਲ ਕਿ ਇਹਨੇ ਬਹੁਤ ਵੱਡੇ ਪੱਧਰ ਤੇ ਇਹਨੇ ਯੂਰਪ ਨੂੰ ਪ੍ਰਭਾਵਿਤ ਕੀਤਾ, ਤੇ ਯੂਕਰੇਨ ਰਸ਼ੀਆ ਦੀ ਜਿਹੜੀ ਵਾਰ ਹੈ ਉਹਦੇ ਨਾਲ ਸੁਭਾਵਕਨ ਯੂਕੇ ਨੂੰ ਵੀ ਪ੍ਰਭਾਵਿਤ ਕੀਤਾ, ਕਿਉਂਕਿ ਯੂਕੇ ਹੁਣ ਬ੍ਰੈਕਸਿਟ ਦੇ ਤੋਂ ਬਾਅਦ ਯੂਰਪੀਅਨ ਯੂਨੀਅਨ ਤੋਂ ਆਊਟ ਹੋ ਚੁੱਕਾ, ਤੇ ਐਂਡ US ਦਾ ਤੇ ਕਾਫੀ ਵੱਡਾ ਐਲਾਈ ਵੀ ਆ, ਤੇ ਨੇਟੋ ਦਾ ਇੱਕ ਬਹੁਤ ਵੱਡਾ ਮੈਂਬਰ ਹੈ ਆਫਟਰ US ਆਪਣੇ ਜਿਹੜਾ ਯੂਕੇ ਨੇਟੋ ਦੇ ਵਿੱਚ ਕਾਫੀ ਵੱਡਾ ਜਿਹੜਾ ਆਪਣਾ ਜਗ੍ਹਾ ਆ। ਸੋ ਜਦੋਂ ਰਸ਼ੀਆ ਨੇ ਯੂਕਰੇਨ ਉੱਤੇ ਅਟੈਕ ਕੀਤਾ, ਉਸ ਤੋਂ ਪਹਿਲਾਂ ਸਾਡੇ ਇੱਥੇ ਪਹਿਲਾਂ US ਐਮਬੈਸੀ ਵੱਲੋਂ ਵੀ ਜਾਂ UK ਐਮਬੈਸੀ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਸੁਚੇਤ ਵੀ ਕੀਤਾ ਗਿਆ ਸੀ, ਤੇ ਕਾਫੀ ਜਿਹੜਾ ਉਸ ਸਮੇਂ ਪਹਿਲਾਂ ਇਹਨਾਂ ਨੇ ਜਿਹੜਾ ਸਾਡੀ ਸਰਕਾਰ ਵੱਲੋਂ ਜਿਹੜਾ ਸਾਰਾ US ਦੀ ਗਵਰਨਮੈਂਟ ਸੀ, ਇਹਨਾਂ ਵੱਲੋਂ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨੇ ਉਹਨਾਂ ਨੂੰ ਵਾਰਨ ਵੀ ਕੀਤਾ ਗਿਆ ਇਹਨਾਂ ਗੱਲਾਂ ਲਈ, ਪਰ ਆਪਾਂ ਦੇਖਿਆ ਕਿ ਉਹ ਕੋਈ ਵੀ ਚੇਤਾਵਨੀਆਂ ਕੰਮ ਨਹੀਂ ਆਈਆਂ, ਤਾਂ ਉਹਨਾਂ ਨੇ 24 ਫਰਵਰੀ ਨੂੰ ਜਿਹੜਾ ਹਮਲੇ ਦਾ ਉਹਨਾਂ ਨੇ ਐਲਾਨ ਕਰ ਦਿੱਤਾ, ਤੇ ਉਸ ਤੋਂ ਬਾਅਦ ਜਿਹੜੀ ਜੰਗ ਆ ਉਹ ਅੱਜ ਤੱਕ ਜਿਹੜੀ ਜਾਰੀ ਆ ਬਦਕਿਸਮਤੀ ਦੇ ਨਾਲ। ਤੇ ਕਾਫੀ ਜ਼ਿਆਦਾ ਉਸ ਮਹੀਨੇ ਦੇ ਵਿੱਚ ਜਿਹੜੀਆਂ ਪਾਬੰਦੀਆਂ ਵੀ ਲਾਈਆਂ ਗਈਆਂ, ਉਸ ਦਿਨ ਤੋਂ ਸ਼ੁਰੂਆਤ ਹੋ ਕੇ ਫਿਰ ਲਗਾਤਾਰ ਖੈਰ ਉਹ ਦੌਰਾ ਜਿਹੜਾ ਜਾਰੀ ਆ, ਪਰ ਉਹਨਾਂ ਨੇ ਕੋਈ ਖਾਸ ਫਰਕ ਉੱਥੇ ਦੇ ਜਿਹੜੇ ਲੋਕ ਆ ਯੂਕਰੇਨ ਦੇ ਵੱਲੋਂ ਖੈਰ ਉਹਨਾਂ ਵੱਲੋਂ ਹੋਰ ਤਰੀਕੇ ਨਾਲ ਸੋਚਿਆ ਜਾਂਦਾ, ਹਾਲਾਂਕਿ ਉਹ ਮੰਨਦੇ ਨੇ ਕਿ ਸਾਡੀ ਕਾਫੀ ਮਦਦ ਕੀਤੀ ਗਈ ਆ ਵੈਸਟ ਵੱਲੋਂ ਜਾਂ ਯੂਕੇ ਵੱਲੋਂ ਜਾਂ ਬਾਕੀ ਕੰਟਰੀਜ਼ ਵੱਲੋਂ, ਪਰ ਕਿਤੇ ਨਾ ਕਿਤੇ ਹੁਣ ਆ ਜਿਹੜੀ ਗੈਸ ਵਗੈਰਾ ਨੂੰ ਲੈ ਕੇ ਜਾਂ ਆਪਾਂ ਵੀ ਇੱਥੇ ਦੇਖਦੇ ਹਾਂ ਸਾਡੇ ਮਹਿੰਗਾਈ ਦਾ ਜਿਹੜਾ ਇੱਥੇ ਇੰਨਾ ਵਧਿਆ ਹੋਇਆ, ਉਹਨੂੰ ਲੈ ਕੇ ਵੀ ਬਹੁਤ ਸਾਰੇ ਖਦਸ਼ੇ ਰਹਿੰਦੇ ਨੇ, ਕਿਉਂਕਿ ਰਸ਼ੀਆ ਤੋਂ ਬਹੁਤ ਸਾਰੀ ਜਿਹੜੇ ਯੂਰਪ ਦੇ ਅੰਦਰ ਜਿਹੜੀ ਇਹ ਐਨਰਜੀ ਮਾਰਕੀਟ ਉੱਥੇ ਰਸ਼ੀਆ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਡੋਮੀਨੇਟ ਕਰਦਾ ਸੀ। ਅੱਜ ਐਕਚੁਅਲੀ ਹੁਣ ਵੀ ਜੇ ਆਪਾਂ ਜੰਗ ਦੀ ਖੈਰ ਗੱਲ ਕਰ ਹੀ ਰਹੇ ਹਾਂ, ਤੇ ਬੀਤੇ ਰੋਜ਼ ਦੀਆਂ ਵੀ ਰਿਪੋਰਟ ਸੀਗੀਆਂ ਕਿ ਯੂਕਰੇਨ ਦੇ ਬਹੁਤ ਸਾਰੇ ਨਾਗਰਿਕਾਂ ਵੱਲੋਂ ਉਹਨਾਂ ਨੇ ਨਵਾਂ ਸਾਲ ਜਿਵੇਂ ਆਪਣਾ ਮਨਾਉਂਦੇ ਹੁੰਦੇ ਆ, ਤੇ ਉਹਨਾਂ ਨੇ ਉਸੇ ਤਰੀਕੇ ਨਾਲ ਕੁਝ ਵੱਲੋਂ ਮਨਾਇਆ ਗਿਆ, ਹਾਲਾਂਕਿ ਕਰਫਿਊ ਲੱਗੇ ਨੇ, ਤੇ ਇਹ 1 ਜਨਵਰੀ ਵਾਲੇ ਦਿਨ ਵੀ ਜਾਂ ਇਹਨਾਂ ਮੇਨ ਦਿਨਾਂ ਦੇ ਵਿੱਚ ਵੀ ਜਿਹੜਾ ਰਸ਼ੀਆ ਵੱਲੋਂ ਫਿਰ ਅਟੈਕ ਕੀਤੇ ਗਏ ਨੇ, ਉੱਥੇ ਮਿਸਾਈਲ ਅਟੈਕਸ ਕੀਤੇ ਗਏ ਨੇ ਯੂਕਰੇਨ ਦੇ ਅੰਦਰ। ਇੱਕ ਜਿਹੜੇ ਯੂਕਰੇਨ ਦੇ ਕਿਸੇ ਨਾਗਰਿਕ ਨੂੰ ਕੋਟ ਕਰ ਰਿਹਾ ਸੀ ਸਕਾਈ ਨਿਊਜ਼, ਉਹਨਾਂ ਨੇ ਕਿਹਾ ਕਿ
ਬੇਸ਼ੱਕ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਰਸ਼ੀਆ ਵੱਲੋਂ ਹੋ ਰਹੀਆਂ ਉਹ ਸਾਨੂੰ ਡਰਾਉਣ ਦੀਆਂ ਹੈ, ਤੇ ਅਸੀਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਕੇ ਜਾਂ ਇਹਨੂੰ ਸੈਲੀਬ੍ਰੇਟ ਕਰਕੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਤੋਂ ਡਰ ਕੇ ਆਪਣਾ ਜਿਹੜਾ ਜ਼ਿੰਦਗੀ ਜੀਣੀ ਨਹੀਂ ਛੱਡ ਰਹੇ, ਤੇ ਅਸੀਂ ਜਿਹੜਾ ਇਸ ਸਾਲ ਆਪਣੇ ਜਿਹੜਾ ਵਾਪਸ ਆਵਾਂਗੇ। ਹਾਲਾਂਕਿ ਉਹ ਵੀ ਜਿਹੜਾ ਅਗਰੀਮੈਂਟ ਹੁੰਦਾ ਜਾਂ ਨਹੀਂ, ਉਹ ਵੀ ਇਸ ਗੱਲ ਤੇ ਜਿਹੜੀ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਰਹੀਦਾ ਕਿ ਕੁੰਡੀ ਫਸੀ ਹੋਈ ਆ ਕਿ ਰਸ਼ੀਆ ਦਾ ਇਹ ਕਹਿਣਾ ਕਿ ਜਿਹੜੀ ਜ਼ਮੀਨ ਅਸੀਂ ਕਬਜ਼ਾ ਕਰ ਚੁੱਕੇ ਹਾਂ ਯੂਕਰੇਨ ਦੀ, ਉਹ ਅਸੀਂ ਆਪਣੇ ਹੇਠਾਂ ਹੀ ਰੱਖਾਂਗੇ, ਉਹ ਅਸੀਂ ਨਹੀਂ ਛੱਡਣੀ। ਤੇ ਯੂਕਰੇਨੀਅਨ ਰਜੀਮ ਦਾ ਜਾਂ ਯੂਕਰੇਨੀਅਨ ਜਿਹੜੀ ਗਵਰਨਮੈਂਟ ਹੈ ਉਹਦਾ ਇਹ ਕਹਿਣਾ ਕਿ ਅਸੀਂ ਆਪਣੀ ਕੋਈ ਵੀ 1 ਇੰਚ ਵੀ ਆਪਣੀ ਜ਼ਮੀਨ ਦਾ ਨਹੀਂ ਦੇਣਾ। ਜਿੱਥੇ ਜਿੱਥੇ ਰਸ਼ੀਆ ਸਾਡੇ ਖਿੱਤੇ ਦੇ ਵਿੱਚ ਆਇਆ ਹੋਇਆ ਉਹਨੂੰ ਵਾਪਸ ਜਾਣਾ ਪੈਣਾ, ਜੇਕਰ ਉਹ ਚਾਹੁੰਦੇ ਆ ਕਿ ਅਸੀਂ ਜਿਹੜਾ ਅਸੀਂ ਇਹਨੂੰ ਕਰਨਾ, ਜੰਗ ਨੂੰ ਖਤਮ ਕਰਨਾ। ਸੋ ਖੈਰ ਆਪਾਂ ਜੰਗ ਦਾ ਜਿਵੇਂ ਆਪਾਂ ਗੱਲ ਕੀਤੀ ਕਿ 24 ਫਰਵਰੀ ਤੋਂ ਲੈ ਕੇ ਹਜੇ ਤੱਕ ਜਾਰੀ ਆ, ਪਰ ਉਸ ਤੋਂ ਬਾਅਦ ਵੱਖ ਦਿਨਾਂ ਦੇ ਵਿੱਚ ਕਈ ਕੁਛ ਹੁੰਦਾ ਰਿਹਾ। 17 ਮਾਰਚ ਨੂੰ ਇੱਕ ਹੋਰ ਵੱਡਾ ਜਿਹੜਾ ਇੱਥੇ ਯੂਕੇ ਦੇ ਲਈ ਖਬਰ ਸੀਗੀ ਕਿ 6 ਸਾਲ ਤਹਿਰੀਨ ਆਪਣਾ ਈਰਾਨ ਦਾ ਕੈਪੀਟਲ ਇਮਰਾਨ ਦੀ, ਉੱਥੇ ਦੀ ਜੇਲ੍ਹ ਦੇ ਵਿੱਚ ਜਿਹੜੀ ਇਰਾਨੀਅਨ ਬ੍ਰਿਟਿਸ਼ ਡਿਊਅਲ ਨੈਸ਼ਨਲ ਸੀਗੇ ਨਾਜ਼ਨੀਨ ਜ਼ਗਾਰੀ ਰੈਟਕਲਿਫ, ਉਹਨਾਂ ਦੀ ਵਾਪਸੀ ਹੋਈ ਹੈ ਯੂਕੇ ਦੇ ਵਿੱਚ, ਤੇ ਉਹ 6 ਸਾਲ ਉਹ ਉੱਥੇ ਜੇਲ੍ਹ ਦੇ ਵਿੱਚ ਰਹੇ ਆ। ਸੋ ਉਹਨਾਂ ਦੇ ਨਾਲ ਇੱਕ ਹੋਰ ਇੱਕ ਫੈਲੋ ਡਿਟੇਨੀ ਉਹਨਾਂ ਦੇ ਸੀਗੇ ਅਨੂਸ਼ਾ ਅਸ਼ੂਰੀ, ਉਹ ਵੀ 2017 ਤੋਂ ਉੱਥੇ ਬੰਦ ਸੀਗੇ। ਸੋ ਉਹਨਾਂ ਦੀ ਵੀ ਵਾਪਸੀ ਹੋਈ ਆ। ਬੜੇ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸੀਗਾ ਉਹਨਾਂ ਦੀ ਰਿਹਾਈ ਨੂੰ ਲੈ ਕੇ, ਬਹੁਤ ਸਾਰਾ ਜਿਹੜੀਆਂ ਪ੍ਰੋਟੈਸਟ ਵਗੈਰਾ ਵੀ ਹੁੰਦੇ ਰਹੇ, ਜਾਂ ਜਿਹੜੇ ਉਹਨਾਂ ਦੇ ਹਸਬੈਂਡ ਸੀਗੇ ਉਹਨਾਂ ਨੇ ਜਿਹੜਾ ਕਹਿ ਲਓ ਕਿ ਉਹਨਾਂ ਨੇ ਵੀ ਕਾਫੀ ਇਹਦੇ ਬਾਬਤ ਗੱਲਬਾਤ ਕੀਤੀ। ਸੋ ਇਹਦੇ ਵਿੱਚ ਜੇਕਰ ਆਪਾਂ ਬਾਕੀ ਜਿਹੜਾ ਸਮਰ ਦਾ ਟਾਈਮ ਸੀਗਾ ਉਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਮੇਨ ਇਹ ਹੋਇਆ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਾਹਿਬ ਆ, ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋਣਾ ਪਿਆ। ਸੋ ਉਹਨਾਂ ਨੇ ਖੈਰ ਉਹਨਾਂ ਨੇ ਜਿਹੜਾ ਜਿਸ ਦਿਨ ਉਹਨਾਂ ਨੇ ਬਾਹਰ ਆ ਕੇ ਇਹ ਕਿਹਾ ਸੀ ਕਿ ਮੈਂ ਉਸ ਸਮੇਂ ਤੱਕ ਅਹੁਦੇ ਤੇ ਬਣਿਆ ਰਹੂੰਗਾ ਜਦੋਂ ਤੱਕ ਨਵਾਂ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ, ਤੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਦੀ ਦੌੜ ਉਹਨਾਂ ਨੇ ਕਿਹਾ ਸੀ ਕਿ ਰੇਸ ਸ਼ੁਰੂ ਹੋ ਗਈ ਆ। ਉਸ ਸਮੇਂ ਤੋਂ ਹੀ ਇੱਕ ਜਿਹੜੀ ਆ ਮੁਕਾਬਲਾ ਤਾਂ ਸ਼ੁਰੂ ਹੋ ਗਿਆ ਸੀ, ਪਰ ਉਹਦੇ ਵਿੱਚ ਬੜੇ ਕਈ ਜਿਹੜੇ ਨਾਮ ਪਹਿਲਾਂ ਹੀ ਬਾਹਰ ਹੋ ਗਏ, ਪਰ ਜਿਹੜੇ ਮੇਨ 2-3 ਨਾਮ ਆਪਾਂ ਦੇਖੇ ਉਹਨਾਂ ਦੇ ਵਿੱਚ ਰਿਸ਼ੀ ਸੁਨਕ ਸਾਹਿਬ ਸੀਗੇ, ਤੇ ਫਿਰ ਲਿਜ਼ ਟਰੱਸ ਸੀ, ਤੇ ਪੈਨੀ ਮੋਰਡੈਂਟ। ਤੇ ਰਿਸ਼ੀ ਸੁਨਕ ਤੇ ਲਿਜ਼ ਟਰੱਸ ਦਰਮਿਆਨ ਆਪਾਂ ਨੂੰ ਪਤਾ ਕਿ ਸਮਰ ਦੇ ਜਿਹੜਾ ਦੌਰਾਨ ਉਹਨਾਂ ਦੇ ਵਿੱਚ ਮੁਕਾਬਲਾ ਹੋਇਆ, ਜਿਹੜਾ ਕੰਜ਼ਰਵੇਟਿਵ ਦੇ ਮੈਂਬਰਸ਼ਿਪ ਨੇ ਉਹਨਾਂ ਦੇ ਵੱਲੋਂ ਵੋਟਿੰਗ ਕਰਕੇ ਜਿਹੜਾ, ਹਾਲਾਂਕਿ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਉਹਨੂੰ ਕਿਹਾ ਜਾ ਸਕਦਾ, ਤੇ ਰਿਸ਼ੀ ਸੁਨਕ ਹਾਰਦੇ ਨੇ, ਲਿਜ਼ ਟਰੱਸ ਪ੍ਰਧਾਨ ਮੰਤਰੀ ਬਣਦੇ ਨੇ। ਤੇ ਉਹ ਬੜਾ ਇੱਕ ਕਹਿ ਲਓ ਕਿ ਇਸ ਤਰੀਕੇ ਨਾਲ ਹੋਇਆ ਜਿਵੇਂ ਕਿ ਰਿਸ਼ੀ ਸੁਨਕ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਸਾਰਾ ਕੁਝ ਉਹ ਸੱਚ ਜਿਹਾ ਹੁੰਦਾ ਜਾਪਿਆ, ਕਿ ਉਹਨਾਂ ਨੇ ਕਿਹਾ ਸੀ ਕਿ ਫੈਂਸੀ ਇਕਨੋਮਿਕਸ ਆ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਇਹ ਜਿਹੜੀਆਂ ਪਾਲਿਸੀਆਂ ਜੇ ਤੁਸੀਂ ਲਾਗੂ ਕੀਤੀਆਂ ਤੇ ਸਾਨੂੰ ਇਹਦਾ ਨੁਕਸਾਨ ਹੋਵੇਗਾ। ਐਕਚੁਅਲੀ ਆਪਾਂ ਦੇਖਿਆ ਕਿ ਜਦੋਂ ਮਿਨੀ ਬਜਟ ਆਉਂਦਾ ਤੇ ਉਸ ਤੋਂ ਬਾਅਦ ਉਹਦਾ ਖਾਸਾ ਨੁਕਸਾਨ ਹੁੰਦਾ, ਨਾ ਸਿਰਫ ਯੂਕੇ ਨੂੰ ਤੇ ਹੋਣਾ ਹੀ ਹੋਣਾ ਸੀ ਓਬਵੀਅਸਲੀ, ਜਿਸ ਤਰੀਕੇ ਨਾਲ ਮਾਰਕੀਟ ਵੱਲੋਂ ਜਿਹੜਾ ਰਿਐਕਟ ਕੀਤਾ ਗਿਆ, ਚਾਹੇ ਪਾਊਂਡ ਦੀ ਜਿਹੜੀ ਆ ਵੈਲਿਊ ਘਟੀ US ਡਾਲਰ ਦੇ ਮੁਕਾਬਲਤਨ, ਚਾਹੇ ਵੈਸੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਆਇਆ, ਤੇ ਫਿਰ ਉਹਦੇ ਚੱਲਦਿਆਂ ਯੂਕੇ ਨੇ ਕੁਝ ਹੀ ਸਮੇਂ ਦੇ ਵਿੱਚ ਫਿਰ ਜਿਹੜਾ ਇੱਕ ਹੋਰ ਪ੍ਰਧਾਨ ਮੰਤਰੀ ਨੂੰ, ਪਹਿਲਾਂ ਬੋਰਿਸ ਜੌਨਸਨ ਸਾਹਿਬ ਨੂੰ ਜਾਂਦੇ ਨੂੰ ਦੇਖਿਆ, ਫਿਰ ਉਹਨਾਂ ਨੇ ਲਿਜ਼ ਟਰੱਸ ਸਾਹਿਬ ਨੂੰ, ਲਿਜ਼ ਟਰੱਸ ਜਿਹੜੀ ਮੈਮ ਲਿਜ਼ ਟਰੱਸ ਸੀ ਉਹਨਾਂ ਨੂੰ ਵੀ ਜਾਂਦੇ ਹੋਏ ਦੇਖਿਆ, ਤੇ ਉੱਥੇ ਰਿਸ਼ੀ ਸੁਨਕ ਸਾਹਿਬ ਦੀ ਐਂਟਰੀ ਹੁੰਦੀ ਆ ਨੰਬਰ 10 ਦੇ ਵਿੱਚ, ਜਿੱਥੇ ਕਿ ਹਜੇ ਤੱਕ ਉਹ ਬਣੇ ਹੋਏ ਨੇ। ਰਿਸ਼ੀ ਸੁਨਕ ਦੇ ਨਾਲ ਜਿਹੜਾ ਇੱਕ ਹੋਰ ਇੰਪੋਰਟੈਂਟ ਅਹੁਦਾ ਇਸ ਸਮੇਂ, ਕਿਉਂਕਿ ਸਭ ਤੋਂ ਬੁਰੇ ਆਰਥਿਕ ਟਾਈਮ ਦੇ ਵਿੱਚੋਂ ਮੁਲਕ ਗੁਜ਼ਰ ਰਿਹਾ, ਉਹ ਹੈ ਚਾਂਸਲਰ ਦਾ, ਜਿਹੜੇ ਸਾਡੇ ਖਜ਼ਾਨਾ ਮੰਤਰੀ ਆ, ਉਹ ਵੀ ਨਵੇਂ ਨੰਬਰ 11 ਦੇ ਵਿੱਚ ਉੱਥੇ ਜਿਹੜੇ ਆਉਂਦੇ ਨੇ, ਜਿਹੜੇ ਆਪਣੇ ਜੇਰਮੀ ਹੰਟ ਵੱਲੋਂ, ਉਹਨਾਂ ਵੱਲੋਂ ਹੁਣ ਆਪਣੀਆਂ ਪਾਲਿਸੀਜ਼ ਐਲਾਨੀਆਂ ਜਾ ਰਹੀਆਂ। ਸੋ ਇਸ ਸਾਲ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਨਾਲ ਇੱਕ ਵੱਡੀ ਘਟਨਾ ਇਹ ਸੀ, ਜਿੱਥੇ ਫੁੱਟਬਾਲ ਦਾ ਵਿਸ਼ਵ ਕੱਪ ਆਪਾਂ ਹੁਣੇ ਇਹਨਾਂ ਦਿਨਾਂ 'ਚ ਦੇਖ ਕੇ ਹਟੇ ਆ। 1 ਸਾਲ ਪਹਿਲਾਂ ਫੁੱਟਬਾਲ ਦੇ ਯੂਰਪੀਅਨ ਕੱਪ ਦੇ ਵਿੱਚ ਜਿਹੜੀ ਚੈਂਪੀਅਨਸ਼ਿਪ ਸੀਗੀ, ਇੰਗਲੈਂਡ ਫਾਈਨਲ ਹਾਰਿਆ ਸੀ, ਪਰ ਜਿਹੜੀਆਂ ਉਹ ਇੰਗਲੈਂਡ ਮੈਨਸ ਦੀ ਟੀਮ ਨੇ ਫਾਈਨਲ ਹਾਰਿਆ ਸੀ, ਪਰ ਇੰਗਲੈਂਡ ਜਿਹੜੀ ਆ ਗਰਲਸ ਦੀ ਟੀਮ ਨੇ, ਲਾਇਨਸਸ ਜਿਨ੍ਹਾਂ ਨੂੰ ਆਮ ਤੌਰ ਤੇ ਇੱਥੇ ਪਿਆਰ ਦੇ ਨਾਲ ਕਹਿ ਦਿੱਤਾ ਜਾਂਦਾ, ਉਹਨਾਂ ਵੱਲੋਂ ਵੱਡੀ ਇਹ ਜਿੱਤ ਹਾਸਲ ਕੀਤੀ ਗਈ, ਤੇ ਉਹਨਾਂ ਨੇ ਯੂਰਪੀਅਨ ਚੈਂਪੀਅਨਸ਼ਿਪ ਜਿਹੜੀ ਆ ਉਹ ਜਿੱਤੀ। ਤੇ ਸੋ ਇਹਦੇ ਵਿੱਚ ਨਾਲ ਜਿਹੜੀ ਆ ਜਿਵੇਂ ਆਪਾਂ ਗੱਲ ਕੀਤੀ ਕਿ ਇਹ ਲੜਾਈ ਚੱਲਦੀ ਰਹੀ, ਪਰ ਮੇਨ ਜਿਹੜਾ ਐਂਡ ਤੇ ਆਖਿਰ ਸਾਲ ਦੇ ਅਖੀਰ ਤੇ ਆ ਕੇ ਜਿਹੜੀ ਇੱਕ ਕਾਫੀ ਘਟਨਾ ਜਿਹਨੇ ਪੂਰੇ ਦੁਨੀਆ ਦੀਆਂ ਨਜ਼ਰਾਂ ਇੱਕ ਵਾਰ ਫਿਰ ਯੂਕੇ ਤੇ ਆਈਆਂ, ਉਹ ਸੀਗੀਆਂ ਜਦੋਂ ਦ ਕੁਈਨ ਦੀ ਮੌਤ ਹੁੰਦੀ ਆ।
ਤੇ ਉਹ ਵੀ ਇਸ ਤਰੀਕੇ ਨਾਲ ਹੋਇਆ ਕਿ ਆਪਾਂ ਨੂੰ ਪਤਾ ਕਿ ਜਦੋਂ ਲਿਸਟਸ ਪ੍ਰਧਾਨ ਮੰਤਰੀ ਬਣਦੇ ਨੇ ਇੱਕ ਦਿਨ ਪਹਿਲਾਂ ਜਾ ਕੇ ਉਹ ਉਹਨਾਂ ਤੋਂ ਆਪਣਾ ਜਿਹੜਾ ਉਹਨਾਂ ਨੇ ਦਾ ਕੁਈਨ ਵੱਲੋਂ ਜਿਹੜੀ ਉਹਨਾਂ ਦੀ ਇੱਕ ਡਿਊਟੀ ਸੀਗੀ ਮੁਲਕ ਦੇ ਪ੍ਰਤੀ ਉਹ ਨਿਭਾਉਂਦੇ ਨੇ, ਇੱਕ ਨਵੇਂ ਪ੍ਰਧਾਨ ਮੰਤਰੀ ਨੂੰ ਅਨਾਉਂਸ ਕਰਦੇ ਨੇ, ਪਰ ਉਸ ਤੋਂ ਬਾਅਦ ਉਹਨਾਂ ਦੀ ਦੂਸਰੇ ਦਿਨ ਹੀ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਤਾਂ ਫਿਰ ਆਪਾਂ ਦੇਖਿਆ ਕਿ ਕਿਵੇਂ ਸਾਰੇ ਮੁਲਕ ਨੇ ਉਹਨਾਂ ਦਾ ਜਿਹੜਾ ਸ਼ਰਧਾਂਜਲੀ ਭੇਂਟ ਕੀਤੀ ਤੇ ਇੱਕ ਕੁਝ ਸਮਾਂ ਆਪਣੇ ਨੈਸ਼ਨਲ ਮੋਰਨਿੰਗ ਦਾ ਪੀਰੀਅਡ ਵੀ ਰਿਹਾ ਤੇ ਉਸ ਤੋਂ ਬਾਅਦ ਹੁਣ ਯੂਕੇ ਨੂੰ ਨਵੇਂ ਕਿੰਗ ਜਿਹੜੇ ਕਿੰਗ ਚਾਰਲਸ ਮਿਲੇ ਨੇ ਤੇ ਇਹ ਮੁੱਖ ਘਟਨਾਵਾਂ ਤਾਂ ਇਹੀ ਰਹੀਆਂ ਇਸ ਸਾਲ ਦੇ ਵਿੱਚ। ਬਾਕੀ ਜੇਕਰ ਦੁਨੀਆ ਦੀ ਗੱਲ ਕਰੀਏ ਉਹ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਪਾਕਿਸਤਾਨ ਦੀ ਬਹੁਤ ਵਾਰ ਆਪਾਂ ਗੱਲ ਕਰਦੇ ਹਾਂ, ਉੱਥੇ ਇਮਰਾਨ ਖਾਨ ਸਾਹਿਬ ਨੂੰ ਜਾਣਾ ਪਿਆ ਤੇ ਇੱਕ ਹੋਰ ਵੱਡੀ ਘਟਨਾ ਹੋਈ ਜਿੱਥੋਂ ਖੈਰ ਇਮਰਾਨ ਖਾਨ ਸਾਹਿਬ ਦੀ ਜਾਨ ਬਚ ਗਈ, ਪਰ ਉਹ ਕਾਫੀ ਵੱਡਾ ਉੱਥੇ ਇਹ ਮਿਸਹੈਪ ਹੋ ਸਕਦਾ ਸੀ। ਤੇ ਇਹਦੇ ਨਾਲ ਜਿੱਥੇ ਯੂਕਰੇਨ ਰਸ਼ੀਆ ਦੀ ਵੌਰ ਚੱਲ ਰਹੀ ਆ ਉੱਥੇ ਹੀ ਇੱਕ ਵੱਡੀ ਘਟਨਾ ਇਹ ਹੋਈ ਕਿ ਜਿਹੜੇ US ਹਾਊਸ ਸਪੀਕਰ ਨੈਂਸੀ ਪੈਲੋਸੀ ਉਹਨਾਂ ਵੱਲੋਂ ਜਿਹੜਾ ਤਾਇਵਾਨ ਦਾ ਵਿਜ਼ਿਟ ਕੀਤਾ ਗਿਆ ਤੇ ਉਸ ਤੋਂ ਬਾਅਦ ਚਾਈਨਾ ਨੇ ਕਾਫੀ ਬੁਰੀ ਤਰ੍ਹਾਂ ਰਿਐਕਟ ਕੀਤਾ ਤੇ ਹਜੇ ਤੱਕ ਤਾਂ ਖੈਰ ਸਿਚੁਏਸ਼ਨ ਉਸ ਤਰੀਕੇ ਦੀ ਤਾਂ ਨਹੀਂ ਬਣੀ, ਪਰ ਫਿਰ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜਾ ਉਹਨੂੰ ਲੈ ਕੇ ਵੀ ਜਿਹੜੇ ਸਿਆਸੀ ਜਿਹੜੇ ਤਜ਼ੀਆਕਾਰ ਨੇ ਉਹ ਉੱਥੇ ਦੀ ਸਥਿਤੀ ਨੂੰ ਲੈ ਕੇ ਵੀ ਉਹ ਚਿੰਤਤ ਰਹਿੰਦੇ ਨੇ। ਤੇ ਜਿਵੇਂ ਆਪਾਂ ਫੁੱਟਬਾਲ ਦੀ ਗੱਲ ਕੀਤੀ ਹੈ, ਵਰਲਡ ਕੱਪ ਆਪਾਂ ਦੇਖਿਆ ਕਿ ਇੱਕ ਦੁਨੀਆ ਦਾ ਮਸ਼ਹੂਰ ਖਿਡਾਰੀ ਲੀਨੀਅਲ ਮੈਸੀ ਉਹ ਬਹੁਤ ਸਾਰੇ ਉਹਦੇ ਫੈਨਸ ਨੂੰ ਸੀ ਕਿ ਉਹ ਵੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣੇ ਤੇ ਉਹ ਬੜੇ ਵੀ। ਤੇ ਆ ਸਾਲ ਦੇ ਅਖੀਰ ਤੇ ਖਤਮ ਹੁੰਦਿਆਂ ਇੱਕ ਫੁੱਟਬਾਲ ਦੀ ਹੋਰ ਵੱਡੀ ਹਸਤੀ ਪੇਲੇ ਜਿਹੜੇ ਸੀ ਜੋ ਕਿ ਇੱਕੋ ਇੱਕ ਦੁਨੀਆ ਦੇ ਮਹਾਨ ਖਿਡਾਰੀ ਨੇ ਜਿਨ੍ਹਾਂ ਨੇ 3 ਵਾਰ ਵਿਸ਼ਵ ਕੱਪ ਜੇਤੂ ਟੀਮ ਦਾ ਜਿਹੜਾ ਹਿੱਸਾ ਬਣੇ ਨੇ ਤੇ ਉਹ ਜਿਹੜੇ ਦੁਨੀਆ ਨੂੰ ਅਲਵਿਦਾ ਆਖ ਗਏ। ਵਨ ਆਫ ਦਾ ਗ੍ਰੇਟੈਸਟ ਫੁੱਟਬਾਲ ਪਲੇਅਰ ਆਲ ਦਾ ਟਾਈਮ ਉਹਨਾਂ ਨੂੰ ਆਖਿਆ ਜਾਂਦਾ। ਸੋ ਉਹ ਜਾਂਦੇ ਇਸ ਸਾਲ ਦੇ ਵਿੱਚ ਸਾਨੂੰ ਅਲਵਿਦਾ ਆਖ ਗਏ। ਜੀ ਸੋ ਬਹੁਤ ਮਿਹਰਬਾਨੀ ਦਵਿੰਦਰ ਸੋਮਲ ਜੀ, ਤੁਸੀਂ ਸਾਂਝ ਪਾਈ ਤੇ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ। ਕਿਹੋ ਜਿਹਾ ਰਿਹਾ ਵਰਾ 2022 ਜੀ ਮੁਲਾਕਾਤ ਹੋਵੇਗੀ ਆਉਣ ਵਾਲੇ ਸਮੇਂ 'ਚ। ਬਹੁਤ ਧੰਨਵਾਦ ਜੀ। ਥੈਂਕ ਯੂ। ਮਿਹਰਬਾਨੀ। ਦਵਿੰਦਰ ਸੋਮਲ ਜੀ ਹੋਰਾਂ ਦੇ ਨਾਲ ਸਾਂਝ ਪਾ ਕੇ 2022 ਦੀ ਗੱਲ ਕੀਤੀ ਗਈ ਹੈ ਕਿ ਕਿਹੋ ਜਿਹਾ ਰਿਹਾ, ਜਿਹੜੀਆਂ ਅਹਿਮ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ, ਅਹਿਮ ਖਬਰਾਂ, ਉਹਨਾਂ ਨੂੰ ਦੁਬਾਰਾ ਫਿਰ ਆਪ ਸਭ ਨੂੰ ਯਾਦ ਕਰਵਾਇਆ ਗਿਆ। ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਜੀ ਬ੍ਰੇਕ ਤੋਂ ਬਾਅਦ। This is 1521 AM and you're listening to the sound of Five Rivers, Radio Punch.